ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀਓ। ਕਲਗੀਧਰ ਸਾਹਿਬ ਦਸਮੇਸ਼ ਪਿਤਾ ਗੁਰੂ ਮਹਾਰਾਜ ਜੀ ਦੀ ਆਲ ਵਰਲਡ ਦੇ ਵਿੱਚ ਜਿੰਨੀ ਵੀ ਸਾਧ ਸੰਗਤ ਵਸ ਰਹੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜਾਂ ਕਿਤੇ ਵੀ ਅਰਦਾਸ ਕਰ ਰਹੀ ਹੈ, ਸਰਬੱਤ ਦਾ ਭਲਾ ਮੰਗ ਰਹੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰਿਓ, ਘੜੀ ਮਨ ਜੋੜੀਏ, ਜੋ ਪਹਿਰੇ ਆਏ ਹਨ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚ, ਉਹਨਾਂ ਪਹਿਰਿਆਂ ਦੇ ਵਿੱਚ ਆ ਜਿਹੜੀ ਸਾਡੀ ਜ਼ਿੰਦਗੀ ਹੈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਜ਼ਿੰਦਗੀ ਨੂੰ ਜਿੰਨੇ ਵੀ ਹੈ, ਜਿੰਨਾ ਚਿਰ ਵੀ ਇਸ ਦੁਨੀਆ ਤੇ ਜੀ ਕੇ ਜਾਵਾਂਗੇ, ਉਸ ਨੂੰ ਸਤਿਗੁਰਾਂ ਨੇ ਰਾਤ ਆਖਿਆ ਹੈ। ਰਾਤ ਕਾਰਨ ਧਨ ਸੰਚੀ ਹੈ। ਰਾਤ ਵਾਸਤੇ ਹੀ ਸਾਰਾ ਕੁਝ ਇਕੱਤਰ ਕਰਦੇ ਹਾਂ। The entire night of your life has passed away in darkness. ਹਨੇਰੇ ਵਿੱਚ ਹੀ ਲੱਗਦਾ ਤੇ ਹੈ ਦਿਨ ਚੜ੍ਹ ਗਿਆ, ਪਰ ਕੰਮ ਜਿਹੜੇ ਨੇ ਉਹ ਹਨੇਰੇ ਵਾਲੇ ਹਨ। ਕਰਮ ਜਿਹੜੇ ਹਨ ਉਹ ਹਨੇਰੇ ਵਾਲੇ ਹਨ। ਕਰਮਾਂ ਦਾ ਲੇਖਾ ਬੜਾ ਡਾਢਾ ਹੈ। ਇਹ ਭੋਗਣਾ ਹੀ ਪੈਂਦਾ ਜੋ ਵੀ ਕਰਮ ਬੰਦਾ ਕਰਦਾ ਹੈ। ਜੋ ਬੀਜ ਬੀਜਦਾ ਹੈ, ਉਹਦੀ ਫਸਲ ਆਪ ਨੂੰ ਹੀ ਖਾਣੀ ਪੈਂਦੀ ਹੈ। ਆਪੇ ਬੀਜ ਆਪੇ ਹੀ ਖਾਓ। ਪਹਿਰੇ ਆਪ ਜੀ ਸਰਵਣ ਕਰ ਰਹੇ ਸੀ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ। ਮਾਂ ਦੇ ਕੁੱਖ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਟਿਕਾ ਦਿੱਤਾ। ਫਿਰ ਦੂਜੇ ਪਹਿਰੇ ਵਿੱਚ, ਟਾਈਮ ਦੇ ਵਿੱਚ, ਵਕਤ ਦੇ ਵਿੱਚ ਜਨਮ ਹੋ ਗਿਆ। ਜਿਹੜਾ ਧਿਆਨ ਮਾਂ ਦੀ ਕੁੱਖ ਵਿੱਚ ਜੁੜਿਆ ਹੋਇਆ ਸੀ ਰੱਬ ਨਾਲ, ਵਾਹਿਗੁਰੂ ਜੀ ਨਾਲ, ਉਹ ਧਿਆਨ ਵਿਸਰ ਗਿਆ। ਲਾਗਤ ਪਵਨ ਖਸਮ ਬਿਸਰਾਇਆ। ਫਿਰ ਸਤਿਗੁਰੂ ਜੀ ਅੱਗੇ ਤੀਜੀ ਜਗ੍ਹਾ ਤੇ ਫਰਮਾਉਂਦੇ ਹਨ, ਕਿਉਂ ਵੱਖ-ਵੱਖ ਪਹਿਰੇ ਹਨ, ਪਹਿਲੇ, ਦੂਜੇ, ਤੀਜੇ। ਤੀਜੇ ਪਹਿਰੇ ਵਿੱਚ ਧਨ ਜੋਬਨ ਨਾਲ ਚਿੱਤ ਲੱਗ ਜਾਂਦਾ ਹੈ। ਇਸ ਵਣਜਾਰੇ ਮਨ ਨੂੰ, ਇਸ ਮਿੱਤਰ ਮਨ ਨੂੰ, ਕਿਉਂਕਿ ਕੋਈ ਕਿਸੇ ਦਾ ਮਿੱਤਰ ਨਹੀਂ, ਇਹ ਮਿੱਤਰ ਹਰ ਵੇਲੇ ਨਾਲ ਰਹਿੰਦਾ ਹੈ। ਸੁਣ ਮਨ ਮਿੱਤਰ ਪਿਆਰਿਆ। ਸਾਰੇ ਮਿੱਤਰ ਭੱਜ ਭੁੱਜ ਜਾਂਦੇ ਹਨ, ਪਰ ਇਹ ਮਿੱਤਰ ਨੂੰ ਨਾਲ ਹੀ ਰਹਿਣਾ ਪੈਂਦਾ ਹੈ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ, ਮਿੱਤਰਾ ਧਨ ਜੋਬਨ ਸਿਉ ਚਿੱਤ। ਸੋ ਪਹਿਲਾ ਪਹਿਰਾ, ਦੂਜਾ ਪਹਿਰਾ, ਤੀਜਾ ਪਹਿਰਾ ਸੰਗਤਾਂ ਨੇ ਸਰਵਣ ਕੀਤਾ ਹੈ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਅੱਜ ਚੌਥਾ ਪਹਿਰਾ ਹੈ। ਇਸ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਬੜੀ ਪਵਿੱਤਰ ਪਾਵਨ ਗੁਰਬਾਣੀ ਪਿਆਰੀ ਹੈ। ਬੰਦਿਆ ਤੂੰ ਕੀ ਹੈ। ਕਿਵੇਂ ਮਾਂ ਦੀ ਕੁੱਖ ਵਿੱਚ ਪੁੱਠਾ ਲਟਕਿਆ ਹੋਇਆ ਸੀ ਪਹਿਲੇ ਪਹਿਰੇ ਵਿੱਚ। ਦੂਜੇ ਵਿੱਚ ਧਿਆਨ ਟੁੱਟ ਗਿਆ ਮਾਲਕ ਨਾਲੋਂ ਜਦੋਂ ਜਨਮ ਹੋਇਆ।
ਤੀਜੇ ਪਹਿਰੇ ਵਿੱਚ ਧਨ ਜੋਬਨ ਨਾਲ ਇਹ ਵਣਜਾਰਾ ਜੁੜ ਗਿਆ। ਜਿਸ ਵਣਜਾਰੇ ਨੇ ਮਨ ਨੇ ਸਿਮਰਨ ਕਰਨਾ ਸੀ, ਸੇਵਾ ਕਰਨੀ ਸੀ, ਗੁਰੂ ਗੁਰੂ ਜਪਣਾ ਸੀ, ਵਾਹਿਗੁਰੂ ਵਾਹਿਗੁਰੂ ਜਪਣਾ ਸੀ, ਸਭ ਭੁੱਲ ਗਿਆ। ਅੱਜ ਚੌਥਾ ਪਹਿਰਾ ਹੈ, ਮਨ ਜੋੜੋ। ਇਹ ਗੁਰਬਾਣੀ ਕੁਝ ਹਰ ਬੰਦੇ ਦਾ ਮੁੱਢ ਹੈ। ਅਸਲ ਵਿੱਚ ਬੰਦਾ ਕੀ ਹੈ? ਅੱਗੇ ਹੋਰ ਵੀ ਪਹਿਰੇ ਆਉਣਗੇ। ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਜਿਹਨੂੰ ਕਹੀਦਾ ਵੱਡਾ ਹੁੰਦਾ ਜਾਂਦਾ ਹੈ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮੇਂ ਸਮੇਂ ਦੇ ਹਾਲਾਤ ਸਾਰੇ ਪਵਿੱਤਰ ਪਾਵਨ ਗੁਰਬਾਣੀ ਵਿੱਚ ਲਿਖ ਦਿੱਤੇ ਹਨ, ਤਾਂ ਕਿ ਦੁਨੀਆ ਤੇ ਆਏ ਹੋਏ ਇਹ ਮਨ ਜਿਹੜੇ ਤਨਾਂ ਵਿੱਚ ਰਹਿ ਰਹੇ ਹਨ, ਜਦੋਂ ਪੜ੍ਹਨਗੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੀ ਰਾਤ ਦੀ ਸਮਝ ਪਵੇਗੀ। ਇਹਨਾਂ ਨੂੰ ਇਹ ਨਹੀਂ ਪਤਾ ਇਹ ਅੰਧਕਾਰ ਵਿੱਚ, ਹਨੇਰੇ ਵਿੱਚ ਜੀ ਰਹੇ ਹਨ, ਕੂੜ ਦੇ ਮਗਰ, ਝੂਠ ਦੇ ਮਗਰ ਲੱਗ ਕੇ, ਪਾਪਾਂ ਅਪਰਾਧਾਂ ਦੇ ਮਗਰ ਲੱਗ ਕੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਇੱਥੇ ਤੱਕ ਆਪ ਜੀ ਨੇ ਸੁਣਿਆ ਸੀ, ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋਬਨ ਸਿਉ ਚਿਤ। says ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, in the third watch of the night your mind is attached to wealth and youth। ਅੱਜ ਚੌਥਾ ਪਹਿਰਾ ਲਿਖਿਆ ਹੈ ਸਤਿਗੁਰਾਂ ਨੇ। ਅੱਜ ਕੱਲ੍ਹ ਟਾਈਮ ਕਹੀਦਾ ਹੈ, ਵਕਤ ਕਹੀਦਾ ਹੈ 3 ਘੰਟੇ 4 ਘੰਟੇ 6 ਘੰਟੇ 12 ਘੰਟੇ ਦੀ ਰਾਤ, 24 ਘੰਟੇ ਦਾ ਰਾਤ ਦਿਨ, 8 ਪਹਿਰ। ਵਣਜਾਰਿਆ ਮਿੱਤਰਾ ਮਨ ਨੂੰ ਆਖਿਆ ਹੈ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਹਰ ਰਾਸ ਮੇਰੀ ਮਨ ਵਣਜਾਰਾ। ਦਾਸ ਨੇ ਤਾਂ ਪੜ੍ਹ ਦਿੱਤਾ ਹੈ। ਇਹ ਵਣਜਾਰਾ ਕੌਣ ਹੈ? ਇਹ ਵਣਜ ਕਰਨ ਆਇਆ ਹੈ, ਵਪਾਰ ਕਰਨ ਆਇਆ ਹੈ, ਨਾਮ ਦਾ ਵਪਾਰ, ਸੇਵਾ ਸਿਮਰਨ ਦਾ ਵਪਾਰ। ਇਹਦੀ ਰਾਸ ਜਿਹੜੀ ਹੈ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ। ਸੇਵਾ ਸਿਮਰਨ ਬੰਦਗੀ, ਭਲਾ ਕਰਨਾ, ਚੰਗੇ ਕਰਮ ਕਰਨੇ, ਇਹ ਇਹਦੀ ਰਾਸ ਹੈ। ਇਹ ਰਾਸ ਜਿਹੜੀ ਹੈ ਇਹ ਸਤਿਗੁਰੂ ਸਮਝਾਉਂਦੇ ਹਨ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਸਤਿਗੁਰੂ ਸਮਝਾ ਦਿੰਦੇ ਹਨ, ਐ ਮਨਾ ਨਾਮ ਜਪਿਆ ਕਰ, ਐ ਮਨਾ ਮਾਲਿਕ ਵਾਹਿਗੁਰੂ ਜੀ ਨਾਲ ਜੁੜ ਕੇ ਰਿਹਾ ਕਰ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਅੱਗੇ ਦਿਨ ਚੜ੍ਹ ਜਾਣਾ, ਜਦੋਂ ਰਾਤ ਮੁੱਕ ਗਈ, ਜ਼ਿੰਦਗੀ ਮੁੱਕ ਗਈ, ਅੱਖਾਂ ਬੰਦ ਹੋ ਗਈਆਂ, ਮੁੜ ਕੇ ਨਹੀਂ ਖੁੱਲਣੀਆਂ। ਉਦਾਸ ਨਾ ਹੋਇਆ ਕਰੋ। ਜਿੰਨੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ, ਜਿੰਨੇ ਵੀ ਦੁਨੀਆ ਤੇ ਮਨ ਹਨ, ਉਹਨਾਂ ਦੇ ਭਲੇ ਵਾਸਤੇ ਹੈ, ਜ਼ਰੂਰ ਸੁਣਿਆ ਕਰੋ। ਚੌਥੇ ਪਹਿਰੇ ਨਾਲ ਧਿਆਨ ਜੋੜੋ। ਤੀਜਾ ਸਮਾਂ ਜੋ ਹੈ ਇਹ ਬਚਪਨ ਤੋਂ ਗੁਰਬਾਣੀ ਮਨਾਂ ਨੂੰ ਸਮਝਾ ਰਹੀ ਹੈ। ਮਾਂ ਦੀ ਕੁੱਖ ਤੋਂ ਲੈ ਕੇ ਜਨਮ ਤੱਕ, ਫਿਰ ਜਿਵੇਂ ਜਿਵੇਂ ਮਾੜਾ ਮਾੜਾ ਇਹ ਤਨ ਤੇ ਮਨ ਵੱਡਾ ਹੁੰਦਾ ਜਾਂਦਾ ਹੈ, ਕਿਉਂਕਿ ਤਨ ਤੇ ਮਨ ਦੀਆਂ ਖੇਡਾਂ ਨੇ ਦੁਨੀਆ ਵਿੱਚ ਆਉਣ ਲੱਗਿਆਂ। ਤਨ ਨਾਲ ਆਇਆ ਹੈ, ਮਨ ਇਕੱਠੇ ਆਏ ਨੇ, ਜਾਣ ਲੱਗਿਆਂ ਮਨ ਇਕੱਲਾ ਜਾਵੇਗਾ, ਤਨ ਜਲ ਬਲ ਜਾਵੇਗਾ। ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਜਿਹੜੀਆਂ ਸੰਗਤਾਂ ਪਿੰਡਾਂ ਦੀਆਂ ਹਨ, ਉਹਨਾਂ ਨੂੰ ਪਤਾ ਹੈ ਜਦੋਂ ਖੇਤ ਪੱਕ ਜਾਂਦੇ ਹਨ, ਲਾਵੇ ਆ ਕੇ
ਲਾਵੇ ਕਹਿੰਦੇ ਨੇ ਜਿਹੜੇ ਖੇਤ ਨੂੰ ਵੱਢਣ ਆਉਂਦੇ ਨੇ। ਹੁਣ ਤਾਂ ਮਸ਼ੀਨੀ ਯੁੱਗ ਹੈ, ਪਹਿਲੇ ਲਾਵੇ ਆਉਂਦੇ ਸੀ 15 15 20 20 30 30 ਇਕੱਠੇ, ਉਹਨਾਂ ਨੇ ਕਿੱਲਿਆਂ ਦੇ ਕਿੱਲੇ ਖੇਤ ਵੱਢ ਦੇਣਾ। ਜਦੋਂ ਚੌਥਾ ਪਹਿਰ ਆ ਜਾਂਦਾ ਹੈ, ਤਿੰਨ ਪਹਿਰ ਨਿਕਲ ਜਾਂਦੇ ਹਨ ਉਮਰ ਦੇ। ਜਿਵੇਂ ਲਾ ਲਓ 100 ਕੁ ਸਾਲ ਦੇ 4 ਪਹਿਰ ਹੋਣ, ਤਿੰਨ ਪਹਿਰ ਜਦੋਂ ਨਿਕਲ ਜਾਂਦੇ ਹਨ, ਜਿਵੇਂ ਲਾਵਾਂ ਵਿੱਚ ਹੁਕਮ ਕੀਤੇ ਹਨ, ਹਰ ਤੀਜੜੀ ਲਾਭ ਮਨ ਚਾਉ ਪਿਆ ਵੈਰਾਗੀਆ ਬਲਰਾਮ ਜੀਓ, ਉਦੋਂ ਵੈਰਾਗ ਜਿਹਾ ਆ ਜਾਂਦਾ ਹੈ। ਇਹ ਚੌਥੇ ਪਹਿਰ ਦੀ ਕਥਾ ਹੈ। ਕਈ ਵਾਰੀ ਤੁਸੀਂ ਸੁਣਿਆ ਵੀ ਹੋਵੇਗਾ, ਜਦੋਂ ਭੋਗ ਕਿਸੇ ਦਾ ਪੈਂਦਾ ਹੈ, ਕਹਿੰਦੇ ਨੇ ਅੱਜ ਫਲਾਣੇ ਦਾ ਚੌਥਾ ਹੈ, ਉੱਥੇ ਜਾ ਰਹੇ ਹਾਂ। ਸਤਿਗੁਰੂ ਜੀ ਥੋੜੀ ਥੋੜੀ ਉਮਰ ਦੇ ਨਾਲ ਇਸ ਮਨ ਨੂੰ ਸਮਝਾ ਰਹੇ ਹਨ। ਮਨ ਦੇ ਖਿਲਾਰੇ ਨੇ ਸਾਰੇ ਦੁਨੀਆ ਵਿੱਚ, ਮਨ ਹੀ ਚੰਬੜਿਆ ਪਿਆ ਹੈ ਸੁਪਨੇ ਦੇ ਨਾਲ। ਦੁਨੀਆ ਸੁਪਨਾ ਹੈ, ਜਗ ਜੀਵਨ ਐਸਾ ਸੁਪਨੇ ਜੈਸਾ। ਚੌਥੇ ਪਹਿਰੇ, ਪਹਿਰੇ ਟਾਈਮ ਹੈ, ਜ਼ਿੰਦਗੀ ਦੀ ਰਾਤ ਦਾ ਟਾਈਮ। ਜਿੰਨੇ ਸਾਲ ਵੀ ਜੀ ਲਓ, ਰਾਤ ਵਿੱਚ ਹੀ ਜੀਂਦੇ ਹਾਂ। ਜੇ ਨਾਮ ਦਾ ਦੀਵਾ ਬਾਲ ਲਈਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਤਾਂ ਰਾਤ ਵਿੱਚ ਜ਼ਿੰਦਗੀ ਵਿੱਚ ਚਾਨਣਾ ਹੁੰਦਾ ਹੈ। ਨਹੀਂ ਤਾਂ ਸਾਰੀ ਜ਼ਿੰਦਗੀ ਹਨੇਰੇ ਵਿੱਚ ਹੀ ਬੰਦਾ ਇਹ ਮਨ ਠੋਕਰਾਂ ਖਾਂਦਾ ਹੈ। ਬੰਦਾ ਵੀ ਮਨ ਹੈ, ਵਣਜਾਰਾ ਵੀ ਮਨ ਹੈ, ਸੋਲ ਜਿਹੜੀ ਹੈ ਉਹ ਵੀ ਮਨ ਹੈ, ਜਿਹਨੂੰ ਜੀ ਕਹਿੰਦੇ ਹਨ ਜੀ ਵੀ ਮਨ ਹੈ। ਇਹਨੂੰ ਸਮਝਣਾ ਬੜਾ ਔਖਾ ਹੈ। ਜੇ ਪਿਆਰ ਨਾਲ ਗੁਰਬਾਣੀ ਪੜ੍ਹੋ, ਇਹ ਸਾਰੇ ਇਕੱਠੇ ਹੀ ਹਨ, ਨਾ ਵੱਖਰੇ ਵੱਖਰੇ ਹਨ। ਜਿਵੇਂ ਬੰਦੇ ਦਾ ਨਾਮ ਬੰਦਾ ਹੈ, ਜੁੜਿਆ ਵੱਖ ਵੱਖ ਚੀਜ਼ਾਂ ਨਾਲ ਹੋਇਆ ਹੈ, ਹਵਾ ਨਾਲ, ਮਿੱਟੀ ਨਾਲ, ਪਾਣੀ ਨਾਲ, ਆਕਾਸ਼ ਨਾਲ, ਅੱਗ ਨਾਲ। ਜਦੋਂ ਚੌਥਾ ਪਹਿਰ ਆ ਜਾਂਦਾ ਹੈ, ਵੱਜਣ ਦਾ ਵੇਲਾ ਆ ਜਾਂਦਾ ਹੈ, ਉਦਾਸ ਨਾ ਹੋਇਆ ਕਰੋ ਪਲੀਜ਼। ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਆਪੋ ਆਪਣੀ ਉਮਰ ਦੇ ਨਾਲ ਦੁਨੀਆ ਤੇ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਆਪੋ ਆਪਣੀ ਉਮਰ ਅਨੁਸਾਰ ਪਿਆਰ ਕਰਦੇ ਹਨ। ਜਿੰਨੀ ਜਿੰਨੀ ਕਿਸੇ ਦੀ ਉਮਰ ਹੈ, ਉੱਦਾਂ ਦੀ ਗੁਰਬਾਣੀ ਲੱਭ ਕੇ ਉਹ ਪੜ੍ਹਦੇ ਹਨ। ਇਹ ਉਹਨਾਂ ਵਾਸਤੇ ਹੈ ਕਿਉਂਕਿ ਜਿਨ੍ਹਾਂ ਦੀ ਉਮਰ ਦਾ ਚੌਥਾ ਪਹਿਰ ਆ ਜਾਂਦਾ ਹੈ, ਉਹਨਾਂ ਨੂੰ ਇਹ ਗੁਰਬਾਣੀ ਪਿਆਰੀ ਲੱਗਦੀ ਹੈ। ਉਹ ਅੰਡਰਸਟੈਂਡ ਕਰਦੇ ਹਨ ਕਿ ਸਤਿਗੁਰੂ ਜੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ, ਇਹ ਸੱਤ ਹੈ। ਹਰ ਉਮਰ ਦੇ ਅਨੁਸਾਰ ਗੁਰਬਾਣੀ ਦੀ ਸਮਝ ਪੈਂਦੀ ਹੈ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਂ ਦੀ ਕੁੱਖ ਤੋਂ ਲੈ ਕੇ ਅੰਤ ਤੱਕ ਸਾਰਾ ਕੁਝ ਲਿਖ ਦਿੱਤਾ ਹੈ। ਕਿਤੋਂ ਤਾਂ ਮਨ ਸਮਝ ਜਾਵੇਗਾ। ਮਿੱਤਰਾ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਵੱਢਣ ਦਾ ਵੇਲਾ ਆ ਗਿਆ ਹੈ, ਉਮਰ ਮੁੱਕ ਚੱਲੀ ਹੈ, ਚੌਥਾ ਪਹਿਰ ਆ ਗਿਆ ਹੈ। ਵਾਹਿਗੁਰੂ। ਐ ਵਣਜਾਰਿਆ ਆਇਆ ਤੇ ਨਾਮ ਜਪਣ ਸੀ, ਚੰਗੇ ਕਰਮ ਕਰਨ ਸੀ,
शुभ गुणा वाली जिंदगी बतीत करन सी, पर तू की करन लग पिया दुनिया ते। धन गुरु नानक साहब जी फरमाते हैं, जदों चौथा पहर आ गया, लास्ट टाइम आ गया, समा आ गया, जदों खेत पक गया, बॉडी पक गई, शरीर बुढ़ा हो गया, उदों खेत नूं वढण दा टाइम आ जाता है। खेत नूं वढण लई लावे आउंदे हन। खेत शरीर जो बीजी आ जिहड़ा शरीर रूपी खेत है, इनू वढण वास्ते जम आउंदे हन। जौं जम आए केस गह पटकै, ता दिन किछ ना बसाहेगा। फिर नहीं वस सकता बंदा जदों जमा ने आके पकड़ लिया। धन गुरु नानक देव महाराज जी सेज, श्री गुरु ग्रंथ साहिब महाराज जी, पेज अंग है 74, श्री राग महला पहला। इन द फोर्थ watch of the night, O my merchant friend, my mind। वाहिगुरु वाहिगुरु वाहिगुरु। Satguru ji says, in the fourth watch of the night, O my merchant friend, O my mind, the grim reaper comes to the field. This your body is field. Remember. Chant the naam, Satnam, Sri Vaheguru Ji। जा जम पकड़ चलाया, वन जा रे मित्रा, वन जा रे मित्रा, किसै न मिलिया भेत, किसै न मिलिया भेत। वाहिगुरु। जा जम पकड़ चलाया, वन जा रिया मित्रा, सुन मन मित्र प्यारिया, क्योंकि मन मित्र है, मन भरा भी है, एहो मन तेरा भाई। योर माइंड इज योर ब्रदर। बड़ी वारी पवित्र पावन गुरबाणी विच इस मन नूं भाई कह के फरमाया है सतगुरां ने। भाई रे राम कहो चित लाए, अपने चित नाल जुड़ के आख्या कर सतनाम श्री वाहिगुरु। मन मर्जियां ना करया कर, वणजारिया वणज कर, व्यापार कर, नाम दा व्यापार कर, गुरुद्वारा साहब जाया कर, साध संगत करया कर, जिथे किथे भी है सेवा करया कर, सरबत दा भला मंगिया कर, वणजारिया मित्रा चंगे कर्म करया कर। जदों जमा ने आके पकड़ लेना है, किसे ना मिलिया भेत, किसे नूं भेत नहीं मिलना। भादों दा महीना चल रहा है, भादों ही भरम भुलाणी आ। भरम विच दुनिया भुली पई है, मन भुले पे हन, तन भुले पे हन, दूजे लगा हेत। आ जिहड़ी दूजी दुनिया है, सुपना है, इहदे नाल ही हेत लगा होया है, प्यार लगा होया है। लख सिंगार बनाया कारज नाही केत, जिंदगी विच लखां ही शिंगार कर लै, महल माड़ियां बना लईयां, कीमती तो कीमती समान इकट्ठे कर लै, शिंगार लिया जिंदगी नूं रात रात विच ही, क्योंकि जिंदगी रात दी है।
इन्हां रातां विच ते सवेरे अखां खुल जांदियां ने। जदों जिंदगी दी रात मुक गई फिर अख नहीं खुलनी, ये अखां बंद हो जाणगियां। भादों परम भुलाणियां दूजा लगा हेत, लख सिंगार बनाया कारज नाही केत। सतगुरु जी फरमाउंदे हन, जित दिन दे बिन ससी, जदों दे बिनस गई मन भज गया विचों, दे शमशान भूमि विच चली गई। वाहिगुरु जित दिन दे बिन ससी, ਸਾਰੇ ਤੇਰੇ ਨਾਲ ਕਿੰਨਾ ਪਿਆਰ ਕਰਦੇ ਸੀ। ਉਹ ਕਹਿਣਗੇ ਇਹ ਭੂਤ ਹੈ, ਇਹ ਪ੍ਰੇਤ ਹੈ। ਤਿਤ ਵੇਲੇ ਕਹਿ ਸਨ ਪ੍ਰੇਤ, ਉਸੇ ਨੂੰ ਦੁਨੀਆ ਪ੍ਰੇਤ ਕਵੇਗੀ, ਭੂਤ ਕਵੇਗੀ। ਆਪ ਪੜ੍ਹਨਾ, ਇਹ ਮਹੀਨਾ ਭਾਦਰੋਂ ਦਾ ਚੱਲ ਰਿਹਾ ਹੈ, ਸਨ 2021 ਹੈ। ਸਾਧ ਸੰਗਤ ਅਗਸਤ ਦਾ ਟਾਈਮ ਚੱਲ ਰਿਹਾ ਹੈ। ਅਕਾਲ ਪਰਸੋਂ ਪਿੱਛੇ ਸੰਗਰਾਂਦ ਸੀ 16 ਤਰੀਕ ਨੂੰ। ਦਾਸ ਕਈ ਵਾਰੀ ਭੁੱਲ ਜਾਂਦਾ ਹੈ। ਭਾਦਰੋਂ ਦੀ ਸੰਗਰਾਂਦ ਪੜ੍ਹ ਲੈਣਾ, ਪਤਾ ਲੱਗ ਜਾਵੇਗਾ ਇਹ ਲਾਈਫ ਕੀ ਹੈ, ਇਹ ਜ਼ਿੰਦਗੀ ਕੀ ਹੈ। जा जम पकड़ चलाया वणजारिया मित्रा, बार बार वणजारिया मित्रा आखिया है, सतगुरां ने फरमाया है। क्योंकि इन्हें वणज करना सी, सेवा करनी सी, नाम जपना सी, सरबत दा भला मंगना सी, पर ये ते होर ही कुछ करन लग पिया। वैर विरोध पा लै, मालिक नूं, वाहिगुरू जी नूं, अकाल पुरख जी नूं भुल गया। ਤੇ ਜਦੋਂ ਜਮਾਂ ਨੇ ਆ ਕੇ ਪਕੜ ਲਿਆ, ਉਹਨਾਂ ਨੇ ਕਿਸੇ ਨੂੰ ਭੇਤ ਵੀ ਨਹੀਂ ਦਿੱਤਾ ਕਿ ਜਿਨ੍ਹਾਂ ਨਾਲ ਪਿਆਰ ਸੀ। ਭਾਦਰੋਂ ਦਾ ਮਹੀਨਾ ਸੰਗਰਾਂਦ ਪੜ੍ਹੋਗੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪ ਜੀ ਨੂੰ ਸਾਰਾ ਗਿਆਨ ਮਿਲ ਜਾਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, when the messenger of death seizes and dispatches you, O my merchant friend, O my mind, no one know the mystery of where you have gone. ਵਾਹਿਗੁਰੂ ਭੇਤ ਚੇਤ ਹਰ ਕਿਸੈ ਨਾ ਮਿਲਿਓ, ਜਾ ਜਮ ਪਕੜ ਚਲਾਇਆ। ਅੱਜ ਕੱਲ੍ਹ ਇਸ ਤਰ੍ਹਾਂ ਦੀ ਗੁਰਬਾਣੀ ਲੱਭ ਕੇ ਪੜ੍ਹੋ, ਕੋਈ ਨਹੀਂ ਸੁਣਦਾ। ਸਭ ਰੇਡੀਓ ਬੰਦ ਕਰ ਦਿੰਦੇ ਹਨ, ਟੇਪਾਂ ਬੰਦ ਕਰ ਦਿੰਦੇ ਹਨ, ਉੱਠ ਕੇ ਚਲੇ ਜਾਂਦੇ ਹਨ, ਡਰਦੇ ਹਨ। ਕਹਿੰਦੇ ਨੇ ਗਿਆਨੀ ਜੀ ਕੋਈ ਖੁਸ਼ੀ ਦਾ ਸ਼ਬਦ ਸੁਣਾਓ। ਜਿਹੜੀ ਗੁਰਬਾਣੀ ਮਨ ਨੂੰ ਕੰਟਰੋਲ ਕਰਦੀ ਹੈ, ਉਸ ਨੂੰ ਦੁਨੀਆ ਦੇ ਜੀਵ ਇਗਨੋਰ ਕਰ ਦਿੰਦੇ ਹਨ। ਭੇਤ ਚੇਤ ਹਰ ਕਿਸੈ ਨ ਮਿਲਿਓ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਹੁਕਮ ਹੈ, ਉਹਦਾ ਭੇਤ ਕਿਸੇ ਨੂੰ ਨਹੀਂ ਮਿਲਿਆ। ਪਤਾ ਹੀ ਨਹੀਂ ਲੱਗਣਾ ਕਦੋਂ ਲੈ ਕੇ ਚਲੇ ਜਾਣਾ ਮਾਲਕ ਨੇ, ਜਦੋਂ ਸੱਦਾ ਆ ਗਿਆ। ਜਦੋਂ ਜੰਮ ਫੜ ਕੇ ਲੈ ਗਏ ਮਨ ਨੂੰ, ਜਿਹੜੀ ਬੋਡੀ ਨੂੰ ਸ਼ਿੰਗਾਰਦਾ ਸੀ ਅਤਰਾਂ ਨਾਲ, ਖੁਸ਼ਬੂਆਂ ਨਾਲ, ਉਹ ਪਿੱਛੇ ਰੁੱਲਦੀ ਰਹਿੰਦੀ ਹੈ। ਪੜ੍ਹਿਆ ਕਰੋ ਗੁਰਬਾਣੀ ਵਿੱਚ, ਤੂੰ ਕਾਇਆ ਮੈਂ ਰੁੱਲਦੀ ਦੇਖੀ, ਅਸਾਂ ਤੈਨੂੰ ਰੁੱਲਦੀ ਦੇਖਿਆ ਹੈ, ਰੁੱਲਦੀ ਹੋਈ ਨੂੰ ਤੱਕਿਆ ਹੈ। ਕੋਈ ਤੇਰੇ ਨੇੜੇ ਵੀ ਨਹੀਂ ਆਉਂਦਾ ਉਸ ਵੇਲੇ। ਜਿਹੜੇ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਕਹਿੰਦੇ ਸੀ, ਅੱਜ ਸਭ ਪਰੇ ਖਲੋਤੇ ਹਨ, ਦੂਰ ਖਲੋਤੇ ਹਨ।
ਇਹ ਜਾਣ ਵਾਲੇ ਸਮੇਂ ਦਾ ਭੇਤ ਵੀ ਨਹੀਂ ਕਿਸੇ ਨੂੰ ਮਿਲਦਾ, ਕਿੰਨਾ ਵੀ ਕੋਈ ਆਪਣਾ ਹੋਵੇ। ਜਦੋਂ ਜੰਮ ਪਕੜ ਕੇ ਲੈ ਜਾਂਦੇ ਹਨ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜੰਮ ਪਕੜ ਚਲਾਇਆ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਿਰਪਾ ਕਰੋ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਜੀ। ਵਾਹਿਗੁਰੂ 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 ਵਾਹਿਗੁਰੂ। ਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੇ, ਸੋ think of the God which is only one, ਇੱਕ ਓੰਕਾਰ। God is only one, no any other. So think of the God is only one. No one knows this secret of when the messenger of death will seize you and take you away. ਵਾਹਿਗੁਰੂ ਇੱਕ ਓੰਕਾਰ। ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ, ਹੈ ਭੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ। ਚੌਥੇ ਪਹਿਰ ਵਿੱਚ ਜਿਹੜਾ ਜ਼ਿੰਦਗੀ ਦੀ ਰਾਤ ਦਾ ਚੌਥਾ ਸਟੈਪ ਹੈ, ਜਦੋਂ ਵਿੱਚੋਂ ਜੰਮ ਕੱਢ ਕੇ ਲੈ ਜਾਂਦੇ ਹਨ ਇਸ ਮਨ ਨੂੰ, ਜੋ ਜੋ ਇਸ ਮਨ ਨੇ ਸਾਰੀ ਰਾਤ ਕੀਤਾ ਹੈ, ਜ਼ਿੰਦਗੀ ਦੀ ਰਾਤ ਦੇ ਵਿੱਚ ਕੀਤਾ ਹੈ। ਇਸ ਪਹਿਰਿਆਂ ਵਿੱਚ ਸਤਿਗੁਰੂ ਜੀ ਜ਼ਿੰਦਗੀ ਨੂੰ ਰਾਤ ਫਰਮਾ ਰਹੇ ਹਨ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ, ਰਹਿਣ ਦਾ ਭਾਵ ਰਾਤ। ਆ ਤੇ ਐਵੇਂ ਦਿਨ ਚੜ੍ਹ ਜਾਂਦਾ, ਰਾਤ ਪੈ ਜਾਂਦੀ ਹੈ ਮਾਲਕ ਦੇ ਹੁਕਮ ਅਨੁਸਾਰ, ਲੇਕਿਨ ਜਦੋਂ ਜ਼ਿੰਦਗੀ ਦੀ ਰਾਤ ਮੁੱਕ ਗਈ, ਫਿਰ ਦਿਨ ਨਹੀਂ ਚੜ੍ਹਨਾ। ਫਿਰ ਦਿਨ ਮਾਲਕ ਦੇ ਘਰ ਜਾ ਕੇ ਹੀ ਚੜ੍ਹਿਆ ਰਹਿੰਦਾ ਹਰ ਵੇਲੇ। ਉੱਥੇ ਦੇਹੋ, ਇੱਥੇ ਸਭ ਰਾਤ। ਇੱਥੇ ਜ਼ਿੰਦਗੀ ਦੀਆਂ ਜਿੰਨੀਆਂ ਵੀ ਰਾਤਾਂ ਹਨ, ਜਿੰਨੀ ਜ਼ਿੰਦਗੀ ਹੈ ਉਹ ਰਾਤ ਹੈ। ਜਦੋਂ ਮਾਲਕ ਦੇ ਵਾਹਿਗੁਰੂ ਜੀ ਦੇ ਅਕਾਲ ਪੁਰਖ ਜੀ ਦੇ ਘਰ ਜਾਵਾਂਗੇ, ਉੱਥੇ ਦਿਨ ਚੜ੍ਹਿਆ ਹੋਵੇਗਾ। ਜੋ ਜੋ ਕੀਤਾ ਹੈ ਸਾਰਾ ਕੁਝ ਦਿਸ ਪਵੇਗਾ। ਜਿਵੇਂ ਇੱਥੇ ਬੰਦਾ ਲੁਕਾ ਲੈਂਦਾ ਹੈ ਪਾਪ ਅਪਰਾਧ ਗਲਤੀਆਂ ਭੁੱਲਾਂ, ਉੱਥੇ ਨਹੀਂ ਲੁਕਣਗੀਆਂ। ਜਦੋਂ ਵਿੱਚੋਂ ਮਨ ਨੂੰ ਕੱਢ ਕੇ ਲੈ ਗਏ, ਸੋਲ ਨੂੰ, ਆਤਮਾ ਨੂੰ, ਜੀ ਨੂੰ, ਕਈ ਨਾਮ ਹਨ ਇਸ ਤੇ, ਕਿਉਂਕਿ ਜਿੰਨੀਆਂ ਰੌਣਕਾਂ ਹਨ, ਆ ਕਈ ਨਾਮ ਜਿਹੜੇ ਗੁਰਬਾਣੀ ਵਿੱਚ ਆ ਜਾਂਦੇ ਹਨ, ਉਹਨਾਂ ਨੂੰ ਅਸੀਂ ਮੰਨਦੇ ਹਾਂ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਮਗਰੋਂ ਦੇਹ ਰੁੱਲਦੀ ਰਹਿੰਦੀ ਹੈ, ਉਹਦੇ ਆਲੇ ਦੁਆਲੇ ਲੋਕ ਰੋਂਦੇ ਨੇ। ਝੂਠਾ ਰੁਦਨ ਹੋਆ ਦੁਆਲੇ, ਖਿਨ ਮਹਿ ਭਇਆ ਪਰਾਇਆ। ਜਿਹੜਾ ਆਪਣਾ ਸੀ, ਮੇਰਾ 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 ਮੇਰਾ, ਬਹੁਤੇ ਨਾਮ ਨਹੀਂ ਮੈਂ ਲੈਂਦਾ, ਆਪੇ ਸਮਝ ਲੈਣਾ। ਹਰ ਕੋਈ ਕਹਿੰਦਾ ਮੇਰਾ 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 ਮੇਰਾ। ਅੱਜ ਕਿਸੇ ਦਾ ਵੀ ਨਾ ਰਿਹਾ। ਝੂਠਾ ਹੀ ਰੋਣਾ ਆਲੇ ਦੁਆਲੇ ਸ਼ੁਰੂ ਹੋ ਗਿਆ। ਝੂਠਾ ਰੋਦਨ ਹੋਆ ਦੁਆਲੇ, ਖਿਨ ਮਹਿ ਭਇਆ ਪਰਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, all your weeping and wailing then is false. In an instant you become
ए स्ट्रेंजर। वाहेगुरु वाहेगुरु। साई वसत परापत होई, जिस स्यों लाया हेत। साई वसत परापत होई, जिस स्यों लाया हेत। सारी रात जिंदगी दी विच ਜਿਹੜੇ ਜਿਹੜੇ ਕੰਮ ਨਾਲ ਹੇਤ ਲਾਈ ਰੱਖਿਆ, ਮੋਹ ਕੀਤਾ, ਪਿਆਰ ਕੀਤਾ, ਚੰਬੜਿਆ ਰਿਹਾ ਸਾਰੀ ਰਾਤ ਸਾਰੀ ਜ਼ਿੰਦਗੀ, ਉਹ ਕੀਤਾ ਸਾਹਮਣੇ ਆ ਗਿਆ ਅੰਤ ਵੇਲੇ ਜਦੋਂ ਜੰਮ ਲੈਣ ਆ ਗਏ। ਵਾਹਿਗੁਰੂ। ਜਿਹੜੀ ਜਿਹੜੀ ਕਮਾਈ ਕੀਤੀ ਜ਼ਿੰਦਗੀ ਦੀ ਰਾਤ ਦੇ ਵਿੱਚ, ਚੰਗੀ ਜਾਂ ਮਾੜੀ, ਉਹ ਸਾਰੀ ਉਸ ਵੇਲੇ ਮਿਲ ਜਾਂਦੀ ਹੈ। ਜਿਵੇਂ ਬੰਦਾ ਕੰਮ ਕਰਦਾ ਹੈ, ਜੋ ਉਹਨੇ ਕੀਤਾ ਹੈ ਸ਼ਾਮ ਨੂੰ ਉਹਨੂੰ ਕਹਿੰਦੇ ਨੇ ਆਹ ਤੇਰਾ ਬਣਦਾ ਹੈ, ਚੁੱਕ ਲੈ। ਜੰਮ ਜਦੋਂ ਲੈਣ ਆ ਜਾਂਦੇ ਹਨ, ਜਦੋਂ ਮਨ ਕੱਢ ਕੇ ਲੈ ਜਾਂਦੇ ਹਨ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਉਸ ਵੇਲੇ ਹੱਡ ਵੀ ਕੜਕਦੇ ਹਨ। ਜਿੰਦ ਕੱਢ ਕੇ ਲੈ ਜਾਂਦੇ ਹਨ, ਦੇਹ ਨੂੰ ਮਗਰੋਂ ਕੋਈ ਨਹੀਂ ਪੁੱਛਦਾ। ਜਿਹੜੀ ਕੀਤੀ ਕਮਾਈ ਸੀ ਸਾਰੀ ਸਾਹਮਣੇ ਆ ਜਾਂਦੀ ਹੈ। ਉਹ ਪੋਟਲਾ ਚੁੱਕ ਕੇ ਲੈ ਕੇ ਜਾਣਾ ਪੈਂਦਾ ਹੈ। ਜਦੋਂ ਪੰਡਾਂ ਖੁੱਲਦੀਆਂ ਹਨ, ਅੱਗੇ ਦੁੱਖ ਹੀ ਦੁੱਖ ਨਿਕਲਦੇ ਹਨ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਵਾਹਿਗੁਰੂ। ਨਾਮ ਜਪਿਆ ਹੋਇਆ, ਸਿਮਰਨ ਕੀਤਾ ਹੋਇਆ, ਜਿੱਤ ਕੀਤਾ ਤੇ ਨਿਕਲ ਆਉਂਦਾ, ਨਹੀਂ ਤੇ ਨਹੀਂ ਨਿਕਲਦਾ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ। ਲਾਵੀ ਜਮਾ ਨੇ ਖੇਤ ਨੂੰ ਵੱਢ ਦਿੱਤਾ, ਮਾਰ ਦਿੱਤਾ, ਖਤਮ ਕਰ ਦਿੱਤਾ। ਜੋ ਵਿੱਚ ਸੀ ਉਹਨੂੰ ਕੱਢ ਕੇ ਲੈ ਗਏ। ਜਿਹਨੇ ਥੜਥਲ ਮਚਾਇਆ ਹੋਇਆ ਸੀ, ਮੈਂ ਕਰਦਿਆਂ ਜਿਹੜਾ ਦਿਨ ਕੱਟ ਰਿਹਾ ਸੀ, ਉਹਨੂੰ ਕੱਢ ਕੇ ਲੈ ਗਏ। ਹੱਡ ਕੜਕਾ ਕੇ ਵਿੱਚੋਂ ਕੱਢ ਕੇ ਲੈ ਗਏ ਜਮਦੂਤ। ਲਾਵੀ ਲੁਣਿਆ ਖੇਤ। ਆ ਬੌਡੀ ਰੂਪੀ ਖੇਤ ਜਿਹੜਾ ਸੀ, ਇਹਨੂੰ ਲੁਣ ਲਿਆ, ਇਹਨੂੰ ਵੱਢ ਲਿਆ। ਜਦੋਂ ਬੁਢੇਪਾ ਆ ਗਿਆ, ਚੌਥਾ ਪਹਿਰ ਆ ਗਿਆ। ਜਿਵੇਂ ਫਸਲ ਕੱਟੀ ਦੀ ਹੈ, ਲਾਵੇ ਆ ਕੇ ਲੁਣ ਲੈਂਦੇ ਹਨ, ਖੇਤ ਨੂੰ ਵੱਢ ਦਿੰਦੇ ਹਨ, ਤਿਵੇਂ ਜਮਦੂਤ ਆ ਕੇ ਇਸ ਨੂੰ ਬੁਢੇਪਾ ਜਦੋਂ ਆ ਜਾਂਦਾ ਹੈ, ਵੱਢ ਲੈਂਦੇ ਹਨ, ਜਿੰਨਾ ਮਰਜ਼ੀ ਲੁੱਕ ਲਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੇਜ਼, in the fourth watch of the night, ਜ਼ਿੰਦਗੀ ਦੀ ਰਾਤ ਜਿਹੜੀ ਹੈ, says ਨਾਨਕ, in the fourth watch of the night, O mortal, O my mind, the grim reaper has harvested your body, field. ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, O my mind, in the fourth watch of the night, O mortal, the grim reaper has harvested your field, your body. ਚੌਥੇ ਪਹਿਰ ਦੀ ਕਥਾ ਇੱਥੇ ਅੱਜ ਸਮਾਪਤ ਹੁੰਦੀ ਹੈ। ਕਹੋ ਨਾਨਕ ਪ੍ਰਾਣੀ ਚੌਥਾ ਪਹਿਰ ਹੈ, ਲਾਵੀ ਲੁਣਿਆ ਖੇਤ। ਬੁਢੇਪਾ ਆ ਜਾਣ ਤੇ ਜਿੰਨਾ ਮਰਜ਼ੀ ਯਤਨ ਕਰ ਲਓ, ਇਸ ਖੇਤ ਨੂੰ ਲਾਵਿਆਂ ਦੇ ਵਾਂਗੂ ਜਮਦੂਤਾਂ ਨੇ ਆ ਕੇ ਕੱਟ ਹੀ ਲੈਣਾ ਹੈ। ਸਮੇਂ ਸਿਰ ਨਾਮ ਜਪੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ। ਜਦੋਂ ਸਮਾਂ ਲੰਘ ਗਿਆ, ਫਿਰ ਨਾਮ ਨਹੀਂ ਜਪਿਆ ਜਾਣਾ।
ਤੇ ਨਾਮ ਵੀ ਕਿਹਦਾ ਜਪਣਾ ਹੈ? ਇੱਕ ਓੰਕਾਰ ਜੀ ਦਾ। Which is one. The Almighty God is only one. Lord ਬਹੁਤ ਹਨ, ਹੋਰ ਵੀ ਬੜਾ ਕੁਝ ਹੈ, ਪਰ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਘਰ ਇੱਕ ਲਾਇਆ ਗਿਆ ਹੈ, ਤੇ ਸਹਿ ਸ਼ਰੀਕ ਨਾ ਦਿਸੈ ਕੋਈ। ਉਹਨਾਂ ਦਾ ਹੋਰ ਕੋਈ ਸ਼ਰੀਕ ਨਹੀਂ। ਅੰਗਰੇਜ਼ੀ ਵਿੱਚ ਵੀ ਜਿਨ੍ਹਾਂ ਨੇ ਵੀ ਅੱਖਰ ਬਣਾਏ ਹਨ ਬੜੇ ਸਿਆਣੇ ਹਨ। ਕੈਪੀਟਲ ਵਿੱਚ ਲਿਖੋ ਤੇ ਤਾਂ ਇਹ ਗੋਡ ਆ ਜਾਂਦਾ ਹੈ। ਛੋਟੀ ਜੀ ਪਾਓ ਤਾਂ ਕਿਤਨੇ ਹੀ ਗੋਡ ਆ ਜਾਂਦੇ ਹਨ। ਇਸ ਕਰਕੇ 26 ਦੇ 26 ਅੱਖਰ ਜਿਹੜੇ ਹਨ ਉਹ ਕੈਪੀਟਲ ਹਨ। ਉਹਨਾਂ ਦੇ ਵਿੱਚ ਕੋਈ ਛੋਟਾ ਵੱਡਾ ਨਹੀਂ, ਉਹ ਸਾਰੇ ਹੀ ਵੋਵਲ ਵੀ ਜਿਹੜੇ ਹਨ, ਕਿਉਂਕਿ ਇੱਕ ਵੋਵਲ ਜੀ ਤੋਂ ਬਾਅਦ ਆਉਂਦਾ ਹੈ ਓ ਈ ਆਈ ਓ ਯੂ। ਜਿਨ੍ਹਾਂ ਨੇ ਵੀ ਲਿਖੇ ਹਨ, ਜਦੋਂ ਵੱਡੀ ਇੰਗਲਿਸ਼ ਲਿਖੋ ਉਹ ਵੋਵਲ ਵਿੱਚ ਆ ਜਾਂਦਾ ਹੈ ਓ, GOD। God is one। ਉਹਨਾਂ ਦਾ ਨਾਮ ਜਪਣਾ ਹੈ। ਥਿੰਕਿੰਗ ਆਫ ਦਾ ਗੋਡ। ਯਾਦ ਕਰਿਆ ਕਰ ਉਸ ਮਾਲਕ ਨੂੰ, which is only one। The mighty God is only one। ਗੁਰੂ ਨਾਨਕ ਸਾਹਿਬ ਜੀ says ਇੱਕ ਓੰਕਾਰ। GVL ਗੁਰਬਾਣੀ ਸੇਵਾ ਤੋਂ ਦਾਸ ਦਿਲਬਾਗ ਸਿੰਘ ਪਾਸੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਕਈ ਭੁੱਲਾਂ ਹੋ ਗਈਆਂ ਹਨ। ਆਲ ਵਰਲਡ ਵਿੱਚ ਵਸਦੀ ਸਾਧ ਸੰਗਤ ਜੀਓ, ਮੈਂ ਭੁੱਲਣਹਾਰ ਹਾਂ, ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਮੇਰੀ ਮਦਰ ਟੰਗ ਜਿਹੜੀ ਹੈ ਉਹ ਗੁਰਮੁਖੀ ਹੈ। ਇਹਨਾਂ ਕੰਟਰੀਆਂ ਦੇ ਵਿੱਚ ਵੱਡੇ ਛੋਟੇ ਆਪ ਸਾਰੇ ਚੰਗੀ ਤਰ੍ਹਾਂ ਇੰਗਲਿਸ਼ ਜਾਣਦੇ ਹੋ। ਜਿਹੜੇ ਵੀ ਸੈਂਟੈਂਸ ਹਨ ਪਵਿੱਤਰ ਪਾਵਨ ਗੁਰਬਾਣੀ ਦੇ ਇਹਨਾਂ 26 ਅੱਖਰਾਂ ਦੇ ਨਾਲ ਬਣੇ ਹੋਏ, ਆਪ ਹੀ ਅੰਡਰਸਟੈਂਡ ਕਰ ਲਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੇ ਪਹਿਰ ਵਿੱਚ ਕੀ ਸਮਝਾ ਰਹੇ ਹਨ, ਦੂਜੇ ਵਿੱਚ ਕੀ ਸਮਝਾ ਰਹੇ ਹਨ, ਤੀਜੇ ਵਿੱਚ ਕੀ ਸਮਝਾ ਰਹੇ ਹਨ, ਚੌਥੇ ਵਿੱਚ ਕੀ ਸਮਝਾ ਰਹੇ ਹਨ। ਹੁਣ ਫਿਰ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਕਿਉਂਕਿ ਮਾਂ ਦੀ ਕੁੱਖ ਤੋਂ ਬਾਅਦ ਰੱਬ ਕੋਲੋਂ ਵਿਛੜ ਜਾਂਦਾ ਹੈ, ਫਿਰ ਸਟੈਪ ਬਾਈ ਸਟੈਪ ਆਪ ਜੀ ਨੇ ਸਰਵਣ ਕਰ ਲਏ ਹਨ ਪਹਿਰੇ। ਅੱਗੋਂ ਫਿਰ 75 ਅੰਕ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚ ਫਿਰ ਪਹਿਲਾ ਪੈਰ ਲੱਗ ਜਾਣਾ ਹੈ ਰਾਤ ਦਾ। ਕਈ ਪੈਰ ਹਨ, ਕਿਉਂਕਿ ਕਦੀ ਬੱਚਾ 10 ਸਾਲ ਦਾ ਹੈ, ਕਦੀ 12 ਦਾ, ਕਦੀ 15 ਦਾ, ਕਦੀ 18 ਦਾ। ਇਸ ਤਰ੍ਹਾਂ ਸਤਿਗੁਰਾਂ ਨੇ ਸਮੇਂ ਅਨੁਸਾਰ ਜੋ ਵੀ ਟਾਈਮ ਹੈ, ਅੱਜ ਕੱਲ੍ਹ ਟਾਈਮ ਕਹੀਦਾ ਹੈ ਇਨ ਦਾ ਫਸਟ ਵਾਚ ਆਫ ਦਾ ਨਾਈਟ। ਆ ਜ਼ਿੰਦਗੀ ਦੀ ਰਾਤ ਜਿਹੜੀ ਹੈ, ਓ ਮਾਈ ਮਰਚੈਂਟ ਫਰੈਂਡ, ਓ ਮਾਈ ਮਾਈਂਡ, ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਸਮਝਾਉਂਦੇ ਹਨ। ਅੱਗੇ ਥੋੜ੍ਹਾ ਜਿਹਾ ਬੱਚਾ ਬਾਲਕ ਹੋ ਜਾਂਦਾ ਹੈ, ਬੁੱਧ ਜਿਹੜੀ ਹੈ ਉਹ ਬੱਚਿਆਂ ਦੀ ਅਚੇਤ ਹੁੰਦੀ ਹੈ, ਹੁੰਦੀ ਪਿਓਰ ਹੈ, ਸਾਫ ਸੁਥਰੀ ਹੁੰਦੀ ਹੈ, ਇਨਸੈਂਟ ਹੁੰਦੀ ਹੈ, ਸਿਨਲੈਸ ਹੁੰਦੀ ਹੈ, ਕਲੀਨ ਹੁੰਦੀ ਹੈ। ਉਹ ਆਪ ਜੀ ਜੇ ਭਾਗਾਂ ਵਿੱਚ ਹੋਇਆ, ਜੇ ਕਰਮਾਂ ਵਿੱਚ ਹੋਇਆ, ਕਿਉਂਕਿ ਇੱਕ ਸਾਹ ਵੀ ਭਾਗਾਂ ਨਾਲ ਆਉਂਦਾ ਹੈ ਜਾਂਦਾ ਹੈ। ਅਸੀਂ ਇੱਕ ਸਾਹ ਨਾਲ ਜੁੜੇ ਹੋਏ ਹਾਂ, ਹਮ ਆਦਮੀ ਹਾਂ ਇੱਕਦਮੀ। ਬਸ ਉਹ ਆਉਂਦਾ ਹੈ ਜਾਂਦਾ ਹੈ, ਆਉਂਦਾ ਹੈ ਜਾਂਦਾ ਹੈ, ਭੁਲੇਖਾ ਜਿਹਾ ਲੱਗ ਜਾਂਦਾ ਬੜੇ ਸਾਹ ਨੇ।
पर गुरु नानक साहब जी फरमाते हैं, हम आदमी हाँ, एकदम ही ਉਹਦੀ ਡਿਊਟੀ ਲੱਗੀ ਹੋਈ ਹੈ, ਤੂੰ ਇਹਨੂੰ ਜਿਉਂਦਾ ਰੱਖਣਾ ਹੈ। ਆਉਣਾ ਤੇ ਜਾਣਾ, ਆਉਣਾ ਤੇ ਜਾਣਾ ਉਸ ਸਾਹ ਦਾ ਲੱਗਾ ਹੋਇਆ ਹੈ। ਅੱਗੋਂ ਫਿਰ ਪਹਿਲਾ ਪੈਰ, ਫਿਰ ਦੂਜਾ ਪੈਰ, ਫਿਰ ਤੀਜਾ ਪੈਰ, ਫਿਰ ਚੌਥਾ ਪੈਰ। ਜਿਵੇਂ ਜਿਵੇਂ ਜ਼ਿੰਦਗੀ ਬਦਲਦੀ ਹੈ, ਜੋ ਜੋ ਜ਼ਿੰਦਗੀ ਵਿੱਚ ਹੁੰਦਾ ਹੈ, ਉਹ ਸਾਰਿਆਂ ਮਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਕੋਈ ਮਨ ਅੰਡਰਸਟੈਂਡ ਕਰ ਲਵੇ, ਸਮਝ ਜਾਵੇ ਤੇ ਜਪਣ ਲੱਗ ਪਵੇ, ਸਤਨਾਮ ਸ੍ਰੀ ਵਾਹਿਗੁਰੂ। ਗੋਡ ਦਾ ਵੀ ਪਤਾ ਲੱਗ ਜਾਵੇ ਕਿ ਗੋਡ ਵੀ ਉਹੀਓ ਹੈ, ਦਾ ਗੋਡ which is only one। ਉਹ ਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਅੰਗ ਤੇ। ਪਹਿਲੇ ਓੰਕਾਰ ਹੋਇਆ ਕਰਦਾ ਸੀ, ਗੁਰੂ ਸਾਹਿਬ ਜੀ ਨੇ ਇੱਕ ਲਾ ਦਿੱਤਾ। ਉਹ ਇੱਕੋ ਹੀ ਹੈ ਜਿਸ ਦੀ ਇਹ ਸਾਰੀ ਰਚਨਾ ਹੈ। ਇੱਕ ਓੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।